Good morning, students. This is the third lecture of CPC, Computer Programming Using C. And in today's lecture, we will cover what is a flowchart or flowchart ਦੇ various symbols ਕਿਹੜੇ ਹੁੰਦੇ ਨੇ ਤੇ ਕਿਹੜਾ symbol किस purpose ਲਈ ਆਪਾਂ use ਕਰਦੇ ਹਾਂ. So let's begin. First of all, what is a flowchart? A flowchart is a pictorial representation of an algorithm. ਆਪਾਂ ਪ੍ਰੀਵੀਅਸ ਲੈਕਚਰ 'ਚ ਡਿਸਕਸ ਕਰ ਚੁੱਕੇ ਹਾਂ ਕਿ ਐਲਗੋਰਿਥਮ ਕੀ ਹੁੰਦਾ ਹੈ, ਸੀਕੁਐਂਸ ਆਫ ਇੰਸਟਰਕਸ਼ਨਸ ਹੁੰਦੀਆਂ ਨੇ, ਰਾਈਟ. ਬਟ ਹੁਣ ਇਹਨਾਂ ਹੀ ਸੀਕੁਐਂਸ ਆਫ ਇੰਸਟਰਕਸ਼ਨ ਨੂੰ ਆਪਾਂ ਵਿਜ਼ੂਅਲ ਫਾਰਮ ਦੇ ਵਿੱਚ ਲਿਖਣਾ ਹੈ, ਠੀਕ ਹੈ, ਕਿ ਕਿਸ ਤਰੀਕੇ ਨਾਲ ਆਪਾਂ ਇੱਕ ਐਲਗੋਰਿਥਮ ਨੂੰ ਕਨਵਰਟ ਕਰਨਾ ਹੈ ਪ੍ਰੋਗਰਾਮ ਦੇ ਵਿੱਚ, ਰਾਈਟ. ਸੋ ਫਲੋਚਾਰਟ ਜਿਹੜਾ ਹੈਗਾ ਉਹਨੂੰ ਆਪਾਂ ਵਿਜ਼ੂਅਲੀ ਫਾਰਮ ਵਿੱਚ ਆਪਾਂ ਸ਼ੋ ਕਰਨੇ ਸਾਰੇ ਇਨਫੋਰਮੇਸ਼ਨ. ਸੋ ਉਹਦੇ ਲਈ ਆਪਾਂ ਕੀ ਯੂਜ਼ ਕਰਾਂਗੇ, ਕੁਝ ਸਿੰਬਲਸ ਵਗੈਰਾ ਯੂਜ਼ ਕਰਾਂਗੇ. ਸਟੈਂਡਰਡ ਸਿੰਬਲਸ ਹੁੰਦੇ ਨੇ ਫਲੋਚਾਰਟ ਦੇ ਵਿੱਚ, ਠੀਕ ਹੈ, ਉਹਨਾਂ ਨੂੰ ਯੂਜ਼ ਕਰਕੇ ਆਪਾਂ ਕੀ ਕਰਨਾ ਹੈ, ਫਲੋਚਾਰਟ ਬਣਾਉਣਾ ਹੈ, ਰਾਈਟ. ਸੋ ਕੋਈ ਵੀ ਪ੍ਰੋਗਰਾਮਰ ਜਦੋਂ ਫਲੋਚਾਰਟ ਬਣਾਉਂਦਾ ਹੈ ਕਿਸੇ ਵੀ ਕੰਪਿਊਟਰ ਦੇ ਵਿੱਚ ਤਾਂ ਉਹਨੂੰ ਉਹਦੇ ਰਿਲੇਟਿਡ ਜਿੰਨੇ ਵੀ ਰੂਲਸ ਨੇ ਜਿਹੜਾ ਜੋ ਵੀ ਫਲੋਚਾਰਟ ਬਣਾਉਣ ਦਾ ਸਟੈਂਡਰਡ ਹੈ ਉਹ ਪਤਾ ਹੋਣਾ ਚਾਹੀਦਾ ਹੈ. ਸੋ ਬਿਫੋਰ ਮੇਕਿੰਗ ਐਨੀ ਫਲੋਚਾਰਟ ਵੀ ਨੀਡ ਟੂ ਅੰਡਰਸਟੈਂਡ ਦ ਵੇਰੀਅਸ ਗਾਈਡਲਾਈਨਸ ਦੇ ਵਿੱਚ ਜਿੰਨੇ ਵੀ ਸਿੰਬਲ ਆਉਂਦੇ ਨੇ ਉਹ ਆਪਾਂ ਨੂੰ ਪ੍ਰੋਪਰਲੀ ਪਤਾ ਹੋਣੇ ਚਾਹੀਦੇ ਨੇ. ਲੈਟਸ ਬਿਗਿਨ. The very first symbol is the start and end symbol. Means ਜੋ ਕਿ ਇੱਕ oval ਦੀ shape ਦੇ ਵਿੱਚ ਹੈਗਾ, right. ਹੁਣ ਇਹ symbol ਆਪਾਂ flowchart ਦੇ ਵਿੱਚ ਕਦੋਂ use ਕਰਦੇ ਆ, ਜਦੋਂ ਆਪਾਂ ਇਹ indicate ਕਰਨਾ ਹੋਏ ਕਿ flowchart ਦੀ start ਕਿੱਥੋਂ ਹੋ ਰਿਹਾ ਤੇ ਉਹ end ਕਿੱਥੋਂ ਹੋ ਰਿਹਾ. ਤਾਂ basically start ਔਰ end symbol ਬੋਲਿਆ ਜਾਂਦਾ ਹੈ. The second one ਜਿਹੜਾ ਹੈਗਾ in the form of rectangle, ਇਹਨੂੰ ਆਪਾਂ ਕੀ ਬੋਲਦੇ ਆ, action ਜਾਂ process. Action ਜਾਂ process ਬੋਲਦੇ ਆ, right. ਸੋ ਇਹਦੇ ਵਿੱਚ ਕੀ ਹੁੰਦਾ ਹੈ, ਇਹ ਆਪਾਂ ਕਦੋਂ ਯੂਜ਼ ਕਰਨਾ, ਜਦੋਂ ਆਪਾਂ ਇਹ ਦੱਸਣਾ ਹੋਏ ਕਿ ਕੋਈ ਕੰਪਿਊਟੇਸ਼ਨ, ਕੋਈ ਪ੍ਰੋਸੈਸ ਦੀ ਕੰਪਿਊਟੇਸ਼ਨ ਹੋ ਰਹੀ ਹੈ ਵਿਦ ਦ ਰਿਜ਼ਲਟ ਹੋ ਰਿਹਾ, ਆਪਾਂ ਉਸ ਵੇਰੀਏਬਲ ਦੇ ਵਿੱਚ ਕੋਈ ਰਿਜ਼ਲਟ ਵਗੈਰਾ ਵੀ ਅਸਾਈਨ ਕਰਨਾ ਹੈ, ਰਾਈਟ. ਥਰਡ ਸਿੰਬਲ ਹੈਗਾ ਡਾਕੂਮੈਂਟ ਸਿੰਬਲ, ਜੋ ਕਿ ਕੰਪਲੀਟਲੀ ਫੁੱਲ ਫਲੈਸ਼ ਰੈਕਟੈਂਗਲ ਨਹੀਂ ਹੈ. ਜਦੋਂ ਤੁਸੀਂ ਕੋਈ ਰਿਪੋਰਟ ਜਾਂ ਕੋਈ ਡਾਕੂਮੈਂਟ ਵਗੈਰਾ ਪ੍ਰਿੰਟ ਕਰਵਾਉਣਾ ਉਦੋਂ ਆਪਾਂ ਯੂਜ਼ ਕਰਦੇ ਹਾਂ. ਤੇ ਜਿਹੜਾ ਡਾਇਮੰਡ ਸਿੰਬਲ ਹੈ ਫੋਰਥ ਵਨ, this is called the diamond symbol, right. ਇਹਨੂੰ ਕਹਿੰਦੇ ਆਪਾਂ ਡਿਸੀਜਨ ਸਿੰਬਲ, ਠੀਕ ਹੈ, ਬ੍ਰਾਂਚਿੰਗ ਪੁਆਇੰਟ. ਮੀਨਸ ਇਹ ਆਪਾਂ ਉਦੋਂ ਯੂਜ਼ ਕਰਦੇ ਆ ਜਦੋਂ ਦੋ ਕੰਡੀਸ਼ਨ ਦੇ ਵਿੱਚ, ਠੀਕ ਹੈ, ਤੁਸੀਂ ਕੋਈ ਡਿਸੀਜਨ ਮੇਕਿੰਗ ਚੀਜ਼ ਲੈਣੀ ਹੋਵੇ ਬਿਟਵੀਨ ਟੂ ਆਪਸ਼ਨਸ ਦੇ ਵਿੱਚ, ਠੀਕ ਹੈ, ਉਦੋਂ ਯੂਜ਼ ਕਰਨਾ ਹੈ. The next one is input and output symbol. ਇਨਪੁਟ ਆਊਟਪੁੱਟ ਸਿੰਬਲ ਤੁਸੀਂ ਕਦੋਂ ਯੂਜ਼ ਕਰਨਾ ਹੈ, ਜਦੋਂ ਤੁਸੀਂ ਕਿਸੇ ਇੰਡੀਕੇਟ ਕਰਨਾ ਹੋਏ ਕਿ ਕੋਈ ਇਨਪੁਟ ਪ੍ਰੋਵਾਈਡ ਕੀਤੀ ਜਾ ਰਹੀ ਹੈ ਜਾਂ ਇਸ ਐਲਗੋਰਿਥਮ ਦੀ ਕੋਈ ਆਊਟਪੁੱਟ ਜਨਰੇਟ ਹੋ ਰਹੀ ਹੈ, ਠੀਕ ਹੈ. ਤਾਂ ਉਹਦੇ ਕੇਸ ਵਿੱਚ ਆਪਾਂ ਫਲੋਚਾਰਟ 'ਚ ਆਪਾਂ ਆਹ ਸਿੰਬਲ ਯੂਜ਼ ਕਰਾਂਗੇ. ਜਿਹੜਾ ਸਰਕਲ ਹੈਗਾ ਉਹਨੂੰ ਆਪਾਂ ਬੋਲਦੇ ਆ ਕਨੈਕਟਰ. ਸਰਕਲ ਜਿਹੜਾ ਹੈਗਾ, ਕਨੈਕਟਰ ਜਿਹੜਾ ਹੈਗਾ, ਇਹ ਆਪਾਂ ਯੂਜ਼ ਕਰਦੇ ਹਾਂ ਕਿ ਸਪੋਜ਼ ਤੁਹਾਡਾ ਫਲੋਚਾਰਟ ਇੱਕ ਪੁਆਇੰਟ ਤੇ ਐਂਡ ਨਹੀਂ ਹੋਇਆ, ਉਹਦੇ ਵਿੱਚ ਕੰਟੀਨਿਊਟੀ ਹਜੇ ਹੈਗੀ ਹੈ, ਸਮ ਥਿੰਗਸ ਆਰ ਸਟਿਲ ਲੈਫਟ. तो ਕੰਟੀਨਿਊਟੀ ਨੂੰ ਸ਼ੋ ਕਰਨ ਲਈ ਆਪਾਂ ਕਨੈਕਟਰ ਸਿੰਬਲ ਯੂਜ਼ ਕਰਦੇ ਹਾਂ, ਰਾਈਟ. ਤੇ ਉਸ ਤੋਂ ਬਾਅਦ ਆਪਾਂ ਯੂਜ਼ ਕਰਦੇ ਹਾਂ ਐਰੋ. ਐਰੋ ਦਾ ਮਤਲਬ ਹੈ ਫਲੋ ਲਾਈਨ. ਫਲੋ ਲਾਈਨ ਮੀਨਸ ਇੰਡੀਕੇਟ ਕਰਦੀ ਹੈ ਕਿ ਨੈਕਸਟ ਸਟੈਪ ਕਿਹੜਾ ਹੈ, ਨੈਕਸਟ ਸਟੈਪ ਕਿਹੜਾ ਹੈ ਇਨ ਦ ਫਲੋ ਆਫ ਡਾਇਰੈਕਸ਼ਨ. ਮੀਨਸ ਫਰਸਟ, ਦੈਨ ਸੈਕਿੰਡ, ਦੈਨ ਥਰਡ ਐਰੋ ਇਨ ਦਿਸ ਵੇ. ਐਂਡ ਦ ਨੈਕਸਟ ਸਿੰਬਲ ਇਜ਼ ਦ ਡਿਲੇ ਸਿੰਬਲ. ਡਿਲੇ ਮੀਨਸ ਕਿ ਕੋਈ ਪ੍ਰੋਸੈਸ ਜਦੋਂ ਡਿਲੇ ਹੋ ਜਾਂਦਾ ਹੈ ਉਦੋਂ ਆਪਾਂ ਡਿਲੇ ਸਿੰਬਲ ਯੂਜ਼ ਕਰਦੇ ਹਾਂ. ਹੋਰ ਵੀ ਬਹੁਤ ਸਾਰੇ ਸਿੰਬਲਸ ਨੇ. ਗਿਵ ਮੀ 1 second ਪਲੀਜ਼, ਥੈਂਕ ਯੂ. ਦ ਨੈਕਸਟ ਸਿੰਬਲ ਜਿਹੜਾ ਹੈਗਾ ਉਹ ਕਿਹੜਾ ਹੈਗਾ, ਆਪਣਾ ਸਬ ਰੂਟੀਨ ਸਿੰਬਲ. This symbol indicates a sequence of actions that are to be performed a specific task within a larger process. Suppose एक process ਦੇ ਵਿੱਚ sub processes ਹੋਣਗੇ, ਉਸ ਕੇਸ ਦੇ ਵਿੱਚ ਆਪਾਂ sub routine symbol use ਕਰਦੇ ਹਾਂ. ਨੈਕਸਟ ਸਿੰਬਲ ਹੈਗਾ ਸਟੋਰ ਡੇਟਾ. ਜਦੋਂ ਆਪਾਂ ਕਿਸੇ ਪ੍ਰੋਸੈਸ ਨੂੰ ਕਿਤੇ ਸਟੋਰ ਕਰਵਾਉਣਾ ਹੈ ਉਹਦੇ ਲਈ ਆਪਾਂ ਸਟੋਰ ਡੇਟਾ ਸਿੰਬਲ ਯੂਜ਼ ਕਰਾਂਗੇ. ਨੈਕਸਟ ਹੈ ਮੈਗਨੈਟਿਕ ਡਿਸਕ. ਜਦੋਂ ਤੁਸੀਂ ਡਾਟਾ ਦੀ ਇਨਪੁਟ ਜਾਂ ਆਊਟਪੁੱਟ ਜਿਹੜੀ ਹੈਗੀ ਹੈ ਉਹ ਤੁਸੀਂ ਮੈਗਨੈਟਿਕ ਡਿਸਕ ਦੇ ਥਰੂ ਸ਼ੋ ਕਰਵਾਉਣੇ, ਉਦੋਂ ਆਪਾਂ ਮੈਗਨੈਟਿਕ ਡਿਸਕ ਸਿੰਬਲ ਯੂਜ਼ ਕਰਾਂਗੇ. ਔਰ ਲਾਸਟ ਹੈ ਮੈਗਨੈਟਿਕ ਟੇਪ. ਇਹ ਸ਼ੋ ਕਰਦੀ ਹੈ ਇਨਪੁਟ ਜਾਂ ਆਊਟਪੁੱਟ ਆਫ ਡੇਟਾ ਯੂਜ਼ਿੰਗ ਮੈਗਨੈਟਿਕ ਟੇਪ ਐਂਡ ਡਿਵਾਈਸ. ਹੁਣ ਇੱਕ ਛੋਟਾ ਜਿਹਾ ਡਾਇਗਰਾਮ ਤੁਹਾਨੂੰ ਸਕਰੀਨ ਤੇ ਦਿਖ ਰਿਹਾ, ਰਾਈਟ. ਇਹ ਇੱਕ ਬੇਸਿਕ ਫਲੋ ਚਾਰਟ ਹੈ ਜੋ ਕਿ ਇਹ ਦੱਸ ਰਿਹਾ ਕਿ ਕਿੱਥੋਂ ਚੀਜ਼ਾਂ ਸਟਾਰਟ ਹੋ ਰਹੀਆਂ ਨੇ, ਐਂਡ ਹੋ ਰਹੀਆਂ ਨੇ ਕਿਸੇ ਵੀ ਪ੍ਰੋਸੈਸ ਦੀਆਂ, ਤੇ ਕਿਹੜੇ ਕਿਹੜੇ ਸੀਕੁਐਂਸ ਆਫ ਐਕਸ਼ਨਸ ਜਿਹੜੇ ਹੈਗੇ ਨੇ ਜਾਂ ਡਿਸੀਜਨਸ ਵਗੈਰਾ ਲਏ ਗਏ ਨੇ, ਠੀਕ ਹੈ. ਫਰਸਟ ਕਿਹੜਾ ਹੈਗਾ, ਸਟਾਰਟ ਸਿੰਬਲ, ਰਾਈਟ, ठीक है। उस तो बाद की है डायमंड सिंबल, चॉइस है, अगर येस है तो किहड़ा एक्शन लिता जाएगा, अगर नो है तो किहड़ा एक्शन लिता जाएगा, राइट। सिमिलरली फर्दर जिहड़ा आपको अगेन चॉइस सिंबल हैगा, ठीक है, चॉइस सिंबल जिहड़ा हैगा डिसीजन सिंबल हैगा,
ਉਹਦੇ ਵਿੱਚ ਅਗੇਨ ਅਗਰ नो है तो एक्शन नंबर 1 लिता जाएगा, अगर येस है तो एक्शन नंबर ਕਿਹੜਾ ਲਿੱਤਾ ਜਾਏਗਾ, और लास्ट ਵਿੱਚ ਕੀ ਹੈ एंड। नाउ यू कैन वेरी केयरफुली सी कि ਆਪਾਂ ਜਿਹੜੇ ਸਿੰਬਲਸ ਡਿਸਕਸ ਕੀਤੇ ਸੀ ਉਹ ਯੂਜ਼ ਹੋਏ ਨੇ। ਸਟਾਰਟ ਔਰ ਐਂਡਿੰਗ ਲਈ ਆਪਾਂ ਸਟਾਰਟ ਔਰ ਐਂਡ, ਬਿਗਨਿੰਗ ਔਰ ਐਂਡ ਲਈ ਆਪਾਂ ਉਹੀ ਸਰਕਲ ਵਾਲੀ ਫਾਰਮ ਯੂਜ਼ ਕੀਤੀ ਹੈ। डिसीजन डायमंड आप लिया जो आप डिसीजन लेना जिथे चॉइस लिखा होया है, ठीक है। तो जो रैक्टेंगल है वो कि अपना पर्टिकुलर एक्शन है, अपना प्रोसैस है जो कि इंडिकेट करे कि कंप्यूटेशन की हो रही है, तो उस कंप्यूटेशन का जो रिजल्ट है उन्होंने केड़ा वेरिएबल वगैरह असाइन किया गया है। So this was a very simple lecture about the flow chart. So this question can come in section B, that what is a flow chart, what are the various symbols which can be used in a flow chart. Please go through it. ਤੁਹਾਨੂੰ ਮਟੀਰੀਅਲ ਜਿਹੜਾ ਹੈਗਾ ਉਹ ਪ੍ਰੋਵਾਈਡ ਕਰ ਦਿੱਤਾ ਜਾਏਗਾ in the WhatsApp group and in the form of PDF files. Thank you.